चल दित्या न जाए, संसार सागर ते रखिया ना, बढ़ना जन्माता है। जिहवा एक अनेक गुणा, तारे नानक चरणी पाए। फल गुण नित सलाहिया, जिसना तिल न तमाहे। जिन जिन नाम त्याया, तिनके काज सरे। हर गुर पूरा आराध्या, दरगाह सच करे। सर्व सुखानंद चरण हारे, भोजन बिकमत रे। प्रेम भगत तिन पाइया, बिखया नाहे जरे। कोड़ गाए दबदा लसे, पूरन सच परे। पार ब्रह्म प्रभ से वंदे, मन अंदर एक तारे। महादिवस मूरत पले, जिसका नजर करे। नानक मंगा दर्श दाना, कृपा करो हरे। महादिवस मूरत पाले, जिसको नदर करे। नानक मंगा दर्श दाना, कृपा करो हरे। वाहिगुरु जी का खालसा, वाहिगुरु जी की फतेह। इस पावन शब्द विचार कथा करने वास्ते आप जी की सेवा विच पावन दरबार विच हाज़री भरन परम सत्कारयोग इस पावन स्थान गुरुद्वारा बंगला साहब जी के हेड ग्रंथी साहिबान सिंह साहब जी, भाई साहब भाई रणजीत सिंह जी, उन्होंने पासों शब्द के विचार सरवण करो। वाहिगुरु जी का खालसा, वाहिगुरु जी की फतेह। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद बेशुमार अथा अगणत अतुल ज्यों बुलावो त्यों नानक दास बोल। गुरु सवारे खालसा जी, वाहिगुरु
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ, ਇਨ੍ਹਾਂ ਵਡਿਆਈਆਂ ਦੇ ਮਾਲਕ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਆਪਣਾ ਜਨਮ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ ਚੱਲ ਰਹੀ ਗੁਰੂ ਕੀ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਦਾ ਦੇਵਨੇਤ ਅੱਜ ਨਵਾਂ ਮਹੀਨਾ ਆਰੰਭ ਹੋਇਆ ਹੈ। ਇਸੇ ਕਰਕੇ ਲੜੀਵਾਰ ਵਿਚਾਰ ਨੂੰ ਵਿਰਾਮ ਦੇ ਕੇ ਜੋ ਅੱਜ ਦੇ ਦਿਨ ਆਮ ਸੰਗਤ ਦੇ ਵਿੱਚ ਇੱਕ ਉਤਸੁਕਤਾ ਹੁੰਦੀ ਹੈ ਕਿ ਜਿਹੜਾ ਮਹੀਨਾ ਆਰੰਭ ਹੋਇਆ ਹੈ ਸਾਨੂੰ ਉਸ ਮਹੀਨੇ ਦਾ ਨਾਮ ਸੁਣਾਇਆ ਜਾਏ, ਪਰ ਜਿਹੜੀ ਵਿਸ਼ੇਸ਼ ਸੰਗਤ ਹੁੰਦੀ, ਖਾਸ ਸੰਗਤ ਹੁੰਦੀ ਹੈ, ਉਹਨਾਂ ਦੇ ਮਨ ਵਿੱਚ ਹੁੰਦਾ ਹੈ ਕਿ ਸਾਨੂੰ ਮਹੀਨੇ ਦਾ ਨਾਮ ਹੀ ਨਹੀਂ, ਸਾਨੂੰ ਇਸ ਮਹੀਨੇ ਦਾ ਪੂਰਾ ਪਾਠ ਸੁਣਾਇਆ ਜਾਏ। ਦੇਸ਼ ਵਿੱਚ ਵੀ ਹੈ, ਵਿਦੇਸ਼ ਵਿੱਚ ਵੀ ਹੈ ਕਿ ਅੱਜ ਦੇ ਦਿਨ ਸਾਰਾ ਦਿਨ ਗੁਰਦੁਆਰਿਆਂ ਦੇ ਵਿੱਚ ਦਿਨ ਵਕਤ ਵੀ ਕੋਈ ਬਾਹਰਲੇ ਮੁਲਕਾਂ ਵਿੱਚ ਕੋਈ ਵਿਰਲਾ ਪ੍ਰਾਣੀ ਮੱਥਾ ਟੇਕਣ ਆਵੇ, ਉਹ ਵੀ ਭਾਈ ਸਾਹਿਬ ਨੂੰ ਕਹਿੰਦੇ ਮੈਨੂੰ ਅੱਜ ਦਾ ਮਹੀਨਾ ਸੁਣਾ ਦਿਓ। ਪਰ ਗੁਰੂ ਦੀ ਜਿਹੜੀ ਪਿਆਰ ਵਾਲੀ ਸੰਗਤ ਹੈ, ਆਮ ਸੰਗਤ ਤੋਂ ਅੱਗੇ, ਖਾਸ ਸੰਗਤ ਤੋਂ ਅੱਗੇ ਜਿਹੜੀ ਸਤਿਗੁਰੂ ਦੇ ਪਿਆਰ ਵਾਲੀ ਸੰਗਤ ਹੈ, ਉਹ ਨਾਮ ਤੱਕ ਜਾਂ ਪਾਠ ਤੱਕ ਆਪਣੇ ਆਪ ਨੂੰ ਸੀਮਤ ਨਹੀਂ ਕਰਦੀ। ਉਹ ਚਾਹੁੰਦੀ ਹੈ ਕਿ ਸਾਨੂੰ ਇਹਦਾ ਉਪਦੇਸ਼ ਦੱਸਿਆ ਜਾਏ, ਉਹ ਕੀ ਹੈ। ਅੰਧ ਵਿਸ਼ਵਾਸ ਦੀ ਦੁਨੀਆ ਦੇ ਵਿੱਚ ਜਿਹੜੇ ਲੋਕ ਸਵਾਹ ਦੀਆਂ ਪੁੜੀਆਂ, ਧਾਗੇ, ਤਵੀਤ, ਇਹੋ ਜਿਹੀਆਂ ਚੀਜ਼ਾਂ ਤਾਂਤਰਿਕ ਲੋਕਾਂ ਤੋਂ ਲੈ ਲੈਂਦੇ ਨੇ, ਫਿਰ ਪੁੱਛਣਗੇ ਬਾਬਾ ਜੀ ਇਹਦਾ ਹੁਣ ਕੀ ਕਰਨਾ ਹੈ। ਅੰਧ ਵਿਸ਼ਵਾਸੀ ਲੋਕਾਂ ਨੂੰ ਵੀ ਪਤਾ ਹੈ ਕਿ ਕੁਝ ਕੀਤੇ ਬਿਨਾ ਕੁਝ ਨਹੀਂ ਹੋਏਗਾ। ਭਾਵੇਂ ਉਹ ਸਵਾਹ ਦੀ ਪੁੜੀ ਜਿਹੜੀ ਹੈ ਉਹ ਵਿਹੜੇ ਵਿੱਚ ਛਿੜਕ ਖਿਲਾਰਨੀ ਹੋਵੇ, ਭਾਵੇਂ ਉਹ ਆਪਣੇ ਪਿੰਡੇ ਤੇ ਲਾਉਣੀ ਹੋਵੇ, ਕੁਝ ਨਾ ਕੁਝ ਤਾਂਤਰਿਕ ਲੋਕ ਜਿਹੜੇ ਨੇ, ਅੰਧ ਵਿਸ਼ਵਾਸੀ ਲੋਕ ਜਿਹੜੇ ਨੇ, ਵਹਿਮਾਂ ਭਰਮਾਂ ਵਿੱਚ ਪਾਉਣ ਵਾਲੇ ਲੋਕ ਜਿਹੜੇ ਨੇ, ਉਹ ਵੀ ਕੋਈ ਨਾ ਕੋਈ ਅੱਗੇ ਕਿਰਿਆ ਦੱਸਦੇ ਨੇ। ਤੇ ਤੁਸੀਂ ਤੇ ਭਾਈ ਵਿਸ਼ਵਾਸ ਵਾਲੇ ਹੋ,
ਇੱਕ ਅਕਾਲ ਪੁਰਖ ਨੂੰ ਮੰਨਣ ਵਾਲੇ ਹੋ। ਹੁਣ ਕੱਲਾ ਮਹੀਨੇ ਦਾ ਨਾਂ ਇਹ ਸੁਣ ਕੇ ਵੀ ਅੱਜ ਫੱਗਣ ਦਾ ਮਹੀਨਾ ਚੜ੍ਹਿਆ ਹੈ, ਕੀ ਹੋਵੇਗਾ? ਕੁਝ ਨਹੀਂ ਹੋਣ ਲੱਗਿਆ। ਮਹੀਨੇ ਦਾ ਪਾਠ ਸੁਣ ਕੇ ਵੀ ਇੱਕ ਮਨ ਨੂੰ ਤਸੱਲੀ ਤਾਂ ਹੋ ਜਾਏਗੀ। ਮੈਂ ਗੁਰਦੁਆਰੇ ਗਿਆ ਸੀ, ਮੈਂ ਮਹੀਨੇ ਦਾ ਪਾਠ ਸੁਣ ਕੇ ਆਇਆ, ਪਰ ਅਜੇ ਵੀ ਇੱਕ ਗੱਲ ਬਾਕੀ ਹੈ ਕਿ ਇਸ ਉਪਦੇਸ਼ ਦੇ ਵਿੱਚ ਸਤਿਗੁਰੂ ਜੀ ਨੇ ਸਮਝਾਇਆ ਕੀ ਹੈ, ਕਰਨਾ ਕੀ ਹੈ। ਇਹ ਜਿਹੜੀ ਬਾਣੀ ਮਾਂਝ ਰਾਗ ਵਿੱਚ ਦਰਜ ਹੈ, ਬਾਣੀ ਦਾ ਸਰਲੇਖ ਹੈ 12 ਮਾਹ, 12 ਮਹੀਨੇ। ਪਰ ਇਹਨਾਂ 12 ਮਹੀਨਿਆਂ ਤੋਂ ਬਿਨਾਂ ਦੋ ਸ਼ਬਦ ਹੋਰ ਨੇ। ਇੱਕ ਸ਼ਬਦ ਆਰੰਭ ਵਿੱਚ ਹੈ, ਇੱਕ ਸ਼ਬਦ ਅਖੀਰ ਵਿੱਚ ਹੈ। 12 ਮਹੀਨਿਆਂ ਦੇ ਪਾਠ ਤੋਂ ਅੰਤਲਾ ਆਖਰੀ ਸ਼ਬਦ ਵੀ ਅੱਜ ਆਪ ਜੀ ਨੇ ਮਹੀਨੇ ਦੇ ਪਾਠ ਦੇ ਨਾਲ ਸੁਣਿਆ ਹੈ। ਸਤਿਗੁਰੂ ਜੀ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਹੈ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਸਤਿਗੁਰੂ ਜੀ ਨੇ ਜਿਨ੍ਹਾਂ ਦੇ ਇਸ ਮਾਤ ਲੋਕ ਵਿੱਚ ਆਉਣ ਦਾ ਜਿਹੜਾ ਪ੍ਰਯੋਜਨ ਹੈ, ਉਹ ਸਾਨੂੰ ਸਤਿਗੁਰੂ ਦੀ ਬਾਣੀ ਨੇ ਦੱਸਿਆ ਕਿ ਗੁਰੂ ਅਵਤਾਰੀ ਪੁਰਖ ਸਾਡੇ ਸੰਸਾਰੀ ਜੀਵਾਂ ਵਾਂਗ ਇਹ 84 ਲੱਖ ਜੂਨਾਂ ਦੇ ਭੋਗ ਭੋਗਣ ਵਾਲੇ ਨਹੀਂ ਹੋਇਆ ਕਰਦੇ ਕਿ 84 ਲੱਖ ਜੂਨਾਂ ਦਾ ਗੇੜਾ ਲਾ ਕੇ ਇਨਸਾਨੀਅਤ ਦੇ ਜਾਮੇ ਵਿੱਚ ਆਏ ਨੇ। ਇਹ ਤਾਂ ਪਰਮੇਸ਼ਰ ਉਹਨਾਂ ਨੂੰ ਭੇਜਦਾ ਹੀ ਪਰਉਪਕਾਰ ਵਾਸਤੇ ਹੈ। ਉਹ ਜੰਮਣ ਮਰਨ ਦੀ ਇਸ ਬੰਦਸ਼ ਵਿੱਚ ਨਹੀਂ ਹੋਇਆ ਕਰਦੇ। ਫਿਰ ਉਹਨਾਂ ਦੀ ਨਿਸ਼ਾਨੀ ਇਹ ਹੈ ਕਿ ਉਹ ਇਸ ਮਾਤ ਲੋਕ ਵਿੱਚ ਆ ਕੇ ਜੀ ਦਾਨ ਦੇ ਭਗਤੀ ਲਾਇਨ, ਉਹ ਸਾਨੂੰ ਆਤਮਿਕ ਜੀਵਨ ਬਖਸ਼ਦੇ ਨੇ। ਅੱਜ ਤੁਹਾਡੇ ਕੋਲ ਮੇਰੇ ਕੋਲ ਜਿਹੜਾ ਜੀਵਨ ਹੈ, ਇਹ ਆਤਮਿਕ ਜੀਵਨ ਨਹੀਂ ਹੈ, ਇਹ ਸੰਸਾਰਿਕ ਜੀਵਨ ਹੈ। ਔਰ ਸੰਸਾਰਿਕ ਜੀਵਨ ਦਾ ਕੌੜਾ ਸੱਚ ਇਹ ਹੈ ਕਿ ਦੁੱਖ ਸੁੱਖ ਕਰਤ ਜਨਮ ਫੁਨ ਮੂਆ। ਸਾਨੂੰ ਥੋੜਾ ਜਿਹਾ ਦੁੱਖ ਮਿਲ ਜਾਏ, ਅਸੀਂ ਮਰਿਆਂ ਦੇ ਸਮਾਨ ਹੋ ਜਾਂਦੇ ਹਾਂ। ਥੋੜਾ ਜਿਹਾ ਸੁੱਖ ਮਿਲ ਜਾਏ, ਫਿਰ ਸੋਚਦੇ ਹਾਂ ਵੀ ਜ਼ਿੰਦਗੀ ਠੀਕ ਹੈ, ਮੈਂ ਜਿਉਂਦਾ। ਪਰ ਆਤਮਿਕ ਜੀਵਨ ਦਾ ਮਤਲਬ ਇਹ ਹੈ, ਕਿਉਂਕਿ ਆਤਮਾ ਤੇ ਕਦੇ ਮਰਦੀ ਨਹੀਂ ਹੈ। ਸਰੀਰ ਦੇ ਸੁੱਖ ਬਿਨਸਨਹਾਰ ਨੇ, ਸਰੀਰ ਦੇ ਦੁੱਖ ਵੀ ਬਿਨਸਨਹਾਰ ਨੇ। ਜਿਹੜੇ ਸਰੀਰ ਨੂੰ ਦੁੱਖ ਲੱਗਦੇ ਨੇ, ਹੁਣ ਮਨੁੱਖ ਦੀ ਗੱਲ ਮੈਂ ਨਹੀਂ ਕਰਦਾ, ਜਾਨਵਰਾਂ ਦੀ ਉਦਾਹਰਣ ਦੇ ਕੇ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਪੁੱਤਰ ਜਦੋਂ ਮੱਝ ਮਰ ਜਾਏਗੀ ਤੇ ਮੱਝ ਨੂੰ ਪਈਆਂ ਹੋਈਆਂ ਜੂਆਂ, ਉਹਨੂੰ ਲੱਗੀਆਂ ਹੋਈਆਂ ਜੋਕਾਂ ਆਪੇ ਹੀ ਮਰ ਜਾਣਗੀਆਂ। ਉਹਨਾਂ ਦੇ ਪੱਲੇ ਕੀ ਹੈ? ਬੰਦਾ ਹੀ ਮਰ ਗਿਆ, ਤੁਸੀਂ ਕੀ ਕਹੋਗੇ? ਉਹਦੀ ਕੈਂਸਰ ਅਜੇ ਵੀ ਜਿਉਂਦੀ ਹੈ, ਉਹਨੂੰ ਲੱਗੇ ਰੋਗ ਅਜੇ ਜਿਉਂਦੇ ਨੇ ਭਾਈ। ਬੰਦਾ ਮਰ ਗਿਆ, ਰੋਗ ਆਪੇ ਹੀ ਖਤਮ ਹੋ ਗਏ। ਇਹ ਬਿਨਸਨਹਾਰ ਨੇ। ਜਿਹੜੇ ਸਰੀਰਕ ਰੋਗ ਨੇ ਇਹ ਬਿਨਸ ਜਾਣਗੇ, ਪਰ ਜਿਹੜੀ ਜਨਮ ਜਨਮ ਦੀ ਮਨ ਨੂੰ ਮੈਲ ਲੱਗਦੀ ਹੈ, ਉਹ ਬੰਦੇ ਦੇ ਮਰਨ ਨਾਲ ਵੀ ਨਹੀਂ ਮੁੱਕਦੀ। ਉਹ ਫਿਰ ਅਗਲੇ ਜਨਮਾਂ ਦੇ ਵਿੱਚ ਆ ਕੇ ਫਿਰ ਲੱਗ ਜਾਂਦੀ ਹੈ। ਤੋ ਇਸ ਕਰਕੇ ਆਤਮਿਕ ਜੀਵਨ ਕੀ ਹੈ? ਆਤਮਾ ਦੀ ਸਤਾ ਤੇ ਜ਼ਿੰਦਗੀ ਕਿਵੇਂ ਜੀਈ ਜਾ ਸਕਦੀ ਹੈ?
ਸਾਡੇ 'ਚ बड़े लोग ने जिन्हां दी आत्मा मर चुकी है और इसनूं विद्वानां ने इदां भी समझाया है कि जे शरीर मर जाए तो संसार नहीं रखदा, आत्मा मर जाए तो करतार भी नहीं रखदा, वो भी अपने घरों कढ़ दिंदा, कहंदा लै जाओ इसनूं, इहदी आत्मा मरी हुई है। पहला सानू कोई समझावे तो सही भी आत्मा है की है, आत्मा किथे है, आत्मा की सतह ते जीवन वाली जिंदगी जीवन किहो जिहा हुंदा है, सानू उहदा एहसास भी नहीं। साडे लई तां विद्वानां ने बड़ियां सारियां उदाहरणां दित्तियां होईयां ने। एक तोता है, वो पिंजरे विच रहिंदा है, किसी रब दे नवाजे फकीर ने वेखिया ये पंछी है, ये तो आकाश दे विच उडारियां मारन वाला पंछी है, ये तो खुले आगाज दे विच रहन वाला पंछी है, ये तो किसी ने बहुत माड़ा किया है कि इसनूं एक पिंजरे विच बंद कर दिता है। उन्होंने तरस आया, उन्हें पिंजरा खोलिया, जिहड़ा तोता सी वो पिंजरे दे विच ही जिहड़ी मालिक ने एक डंडी जी लाई सी वो भज के उहदे ते चढ़ के बह गया। हुण वो भला पुरख तोते नूं बाहर कढदा, तोता उहदे हत्थां ते चुंझां मारन लग पिया। होया कि कदे तोता खुले आकाश विच रहिंदा सी, फिर तोते नूं किसी शिकारी ने पकड़िया, पिंजरे विच पाता, वो पिंजरे विच रह रह के उन्हें बाहर बिल्ली वेखी है। हुण उहनूं यही लगदा है भी जे मैं पिंजरे चों बाहर आया तो मैनूं बिल्ली ने खा जाना है। हुण कोई परोपकारी कोई महापुरख आके उहनूं पिंजरे चों कढण दी भी कोशिश करदा है, उहदे हत्थ भी अपनियां चुंझां दे नाल लहू लुहान कर दिंदा है, पर वो बाहर नहीं निकलदा। उहदा कारण यह है कि वो समझदा है कि मैं पिंजरे विच सेफ हाँ, मैं पिंजरे विच हाँ ते बिल्ली कुछ नहीं कर सकती, मैं पिंजरे तो बाहर आया तो मैनूं तो बिल्ली नहीं खा जाना। साडी बहुतियां दी हालत इहो ही है, साडी बहुतियां दी हालत यह है भी जे मैं फैशन दे कपड़े ना पाए, जे मैं ये चटपटा ना खादा, जे मैं उल्टा पुल्टा ना खादा, ते फिर मेरी कादी जिंदगी होएगी। की अनैतिकता ही जिंदगी है? कि बुराइयां दे अनुकूल चलना ही जिंदगी है? भाई सानू इदां ही लगता है कि इन्हां तो बिना शायद मेरी जिंदगी वरान हो जाएगी। पर जदों कोई आदमी नशिया तो मुक्त होंदा है, इन्हां वहमां भरमां तो मुक्त होंदा है, जदों दुनिया के विषय विकारां तो मुक्त होंदा है, जदों वो दुनिया की इस फैशन परस्ती की दौड़ तो मुक्त होंदा है, उस तो बाद वो एक बार नहीं, वो करोड़ा करोड़ा वारी आके इस गुरु नूं नमस्कार करदा है, सच्चे पातशाह तू तो मेरे सारे बंधन कट दिते। अज साडे विच किन्ने लोग ने वो कपड़ियां दे मुताज ने, एक कपड़े का रंग नहीं मिलिया, सारे कपड़े पा लेने, एक टाई नहीं उहदे नाल दी मिली, वो बरात छड्डण लई तैयार है, उहदी टाई विच ही सारी इज्जत फसी हुई है, किसी दे पैरां दी जुत्ती विच आके इज्जत फस गई है, किसी मनुख दी कार दे विच आके इज्जत रुक गई है। असी इन्हां दुनिया दे इन्हां नक नमूजां नूं असी अपना जीवन समझ के बैठ गए। जीवन ये नहीं है। कदे गालफ दे जीवन की एक गल सुन लेना, गालफ बहुत वड्डा विद्वान होया, दिल्ली विच उहदा घर भी है, बल्ली मारा इलाके दे विच। गालिब नूं सन्मान देण वास्ते
एक समागम होया, फंक्शन होया, उत्थे बुलाया गया कि गालिब साहब तुसी आओ, असी तुहाडा सन्मान करना है। गालिब साहब गए, इकल्ले सन, बिल्कुल सादे लिबास विच सादी जिंदगी दे जीवन वाले। जिहड़ा उत्थे बाहर आदमी खलोता सी गेट ते, वो पुछदा भी तू कौन है? कहंदा जी मैं गालिब। कहंदा मूँह वेखिया अपना, एडा वड्डा फंक्शन हो रहा है, ये तेरे वास्ते हो रहा है, अपने कपड़े पाए वेखे ही, पता नहीं नहाता भी है कि नहीं नहाता, कपड़े बदलिया नूं पता नहीं किन्ने महीने हो गए ने। गालिब वापस चला गया। प्रबंधक उड़ीकन लग गए। जदों देर हो गई, वो नहीं आए, इतने नूं वो आ गए। हुण उन्होंने बड़ा सोहना कोट पैंट पाया होया है, बड़े सोहने उन्होंने अपने आप नूं सवारिया, शिंगारिया, तैयार किया होया है। गालिब साहब पई हुंदी है। कोई आदमी उन्होंने वास्ते प्लेट दे विच गुलाब जामुन लैके आउंदा है, कोई पकौड़े लैके आउंदा है। वो की करते हैं? गुलाब जामुन पकड़ते हैं कोट की एक जेब च, पकौड़े पकड़ते हैं कोट की दूजी जेब च। किसी बंदे ने कहा गालिब साहब की कर रहे हो? ये तुहाडे खाण लई है। कहते मर गया गालिब। कहंदा इत्थे सन्मान कपड़ियां दा हुंदा है, बंदे दा नहीं हुंदा। गालिब आया सी, उहनूं ते तुसीं धक्के मार के कढ़ दिता। मैं जदों ये धार्मिक विद्या पढ़दा सी ना, मास्टर हरबख्श सिंह खद्दर दे कपड़े, खद्दर दी दस्तार, साइकिल ते वो सानू पढ़ाउण आउंदे सी, हफ्ते च एक दो वारी। टीचर रिटायर्ड सन, बिल्कुल सोने वर्गा शरीर, गोरे चिट्टे भी सन, बिल्कुल पतले दुबले सन, बड़े फरतीले सन, चेहरे ते नूर सी। उन्होंने सानू एक गल पूछी, कहन लगे बच्चों ये दसो कि बंदा अपनी जिंदगी विच खत्म कदों हुंदा है? आम करके असीं एक पाठ पढ़िया होया कि जदों कोई बंदा अपनी चादर तो वध पैर पसार लवे तो फिर वो खत्म हो जाता है। उन्हें जोगा हुंदा नहीं, जिन्हें खिलारे पा लैंदा है, तो हौली हौली फिर उसे उलझन विच मुक जाती उहदी जिंदगी। जां फिर जदों उहदे कोलों कोई गलती हो जाती है, उहदे कोलों कोई भुल हो जाती है। उन्होंने सानू एक गल समझाई सी, कहन लगे जे तुसी सदा जिउंदे रहना चाहुंदे हो, सदा बाहर रहना चाहुंदे हो, तो इदां दी किसी मथाजी दे विच अपने आप नूं ना खड़ा कर लेना। अज मुथाजी है लोगों की, पता नहीं लोग किस पासे नूं तुरे हुए ने, असीं भी उस पासे नूं चले गए। इस शरीरक जिहड़ी यात्रा है, ये संसार की सतह ते है, और फिर यह भी चेता रखना ये बिनसनहार है, अखीर इसने मुक जाना है। चोआ चंदन मर्दन अंगा ये तन जलै काठ कै संगा। जिन्नियां मर्जी सुगंधियां ला लो, अखीरे ने लकड़ां नाल ही सड़ना है। ये काया दी सतह ते असीं जूने आ, शरीर दी सतह ते जूने आ, संसार दे नाल ही साडा संबंध है। पर जिहड़े परोपकारी गुरु संसार ते आउंदे ने, वो सानू इस तो अगे लैके जांदे ने। जदों गुरु ने अमृत छकाउणा सी, सीस काहदे लई मंगिया सी?
ਸੀਸ ਲੈ ਲਿਆ, ਅੰਮ੍ਰਿਤ ਦੇ ਦਿੱਤਾ, ਬਖਸ਼ ਦਿੱਤਾ। ਗੱਲ ਖਤਮ ਨਹੀਂ ਹੋਈ। ਕੁਝ ਬਚਨ ਸਾਡੀ ਝੋਲੀ ਵਿੱਚ ਪਾਏ ਜਿਨ੍ਹਾਂ ਨੂੰ ਅਸੀਂ ਭੁੱਲ ਗਏ। ਸਤਿਗੁਰੂ ਕਹਿੰਦੇ ਨੇ ਅੱਜ ਤੋਂ ਬਾਅਦ ਤੁਹਾਡਾ ਕਰਮ ਨਾਸ਼, ਤੁਸੀਂ ਕੀ ਕਰਦੇ ਸੀ ਖਤਮ ਹੋ ਗਿਆ, ਤੁਹਾਡੀ ਕੁੱਲ ਨਾਸ਼। ਤੁਸੀਂ ਪਹਿਲਾਂ ਕਿਹੜੀ ਕੁੱਲ ਨਾਲ ਸੰਬੰਧਿਤ ਸੀ ਉਹ ਅੱਜ ਖਤਮ ਹੋ ਗਈ, ਤੁਹਾਡਾ ਕਰਮ ਨਾਸ਼। ਪਿਛਲੇ ਤੁਹਾਡੇ ਕਰਮ ਜਿਹੜੇ ਸਨ ਉਹ ਹੁਣ ਖਤਮ ਹੋ ਗਏ ਭਾਈ। ਅੱਜ ਤੋਂ ਬਾਅਦ ਤੁਸੀਂ ਅੰਮ੍ਰਿਤਧਾਰੀ ਹੋ ਗਏ, ਤੁਸੀਂ ਗੁਰੂ ਵਾਲੇ ਹੋ ਗਏ, ਇਹ ਸੀਸ ਗੁਰੂ ਦਾ ਹੋ ਗਿਆ। ਤੁਸੀਂ ਗੁਰੂ ਦੇ ਰਸਤੇ ਤੇ ਚੱਲਣ ਦਾ ਅੱਜ ਪ੍ਰਣ ਕੀਤਾ ਹੈ ਤੇ ਅੱਜ ਤੋਂ ਬਾਅਦ ਇਸ ਗੱਲ ਨੂੰ ਯਾਦ ਰੱਖਣਾ ਕਿ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕਹਿਆ ਸਾਕਾਰ ਕਮਾਵੋ। ਗੁਰ ਕੀ ਕਰਨੀ ਕਾਹੇ ਤਾਵੋ, ਗੁਰ ਕੀ ਕਰਨੀ ਕਾਹੇ ਤਾਵੋ। ਅੱਜ ਤੋਂ ਬਾਅਦ ਗੁਰ ਕਹਿਆ ਸਾਕਾਰ ਕਮਾਵੋ। ਕੋਈ ਕੰਮ ਕਰਨ ਲੱਗੇ ਗੁਰੂ ਨੂੰ ਪੁੱਛ ਲਓ। ਜਨਮ ਦਾ ਸੰਸਕਾਰ ਹੈ, ਅੰਮ੍ਰਿਤ ਦਾ ਸੰਸਕਾਰ ਹੈ, ਆਨੰਦ ਦਾ ਸੰਸਕਾਰ ਹੈ, ਮ੍ਰਿਤਕ ਦਾ ਸੰਸਕਾਰ ਹੈ। ਚਾਰ ਹੀ ਗੱਲਾਂ ਨੇ ਜੀਵਨ ਵਿੱਚ। ਇੱਕ ਜਨਮ ਹੈ, ਇੱਕ ਮੌਤ ਹੈ, ਇੱਕ ਵਿਆਹ ਹੈ, ਇੱਕ ਜਿੱਦਣ ਤੁਸੀਂ ਧਰਮ ਗ੍ਰਹਿਣ ਕਰਨਾ ਹੈ। ਚਾਰ ਤੁਹਾਡੀ ਜ਼ਿੰਦਗੀ ਦੇ ਵੱਡੇ ਇਵੈਂਟ ਨੇ। ਉਹਨਾਂ ਦੀ ਮਰਿਆਦਾ ਸਤਿਗੁਰੂ ਨੇ ਸਾਨੂੰ ਬੰਨ੍ਹ ਕੇ ਦੇ ਦਿੱਤੀ। ਬੱਚਾ ਜੰਮ ਪਿਆ ਹੈ, ਤੁਹਾਨੂੰ ਕਿਸੇ ਸੂਤਕ ਪਾਤਕ ਵਿੱਚ ਪੈਣ ਦੀ ਲੋੜ ਨਹੀਂ। ਬੱਚਾ ਆਪਣੀ ਸੰਭਾਲ ਕਰਨ ਜੋਗਾ ਹੋ ਗਿਆ, ਬੱਚੇ ਨੂੰ ਧਰਮ ਗ੍ਰਹਿਣ ਕਰਾ ਦੇਣਾ ਚਾਹੀਦਾ ਹੈ। ਬੱਚੇ ਦੇ ਵਿਆਹ ਦਾ ਸਮਾਂ ਆਇਆ ਹੈ। ਮੁੱਖ ਗੱਲ ਜਿਹੜੀ ਤੁਹਾਨੂੰ ਸਮਝਣ ਦੀ ਲੋੜ ਹੈ ਉਹ ਇਹ ਹੈ ਕਿ ਕੀ ਤੁਹਾਡਾ ਆਪਣਾ ਬੱਚਾ ਗੁਰਸਿੱਖ ਹੈ? ਤੇ ਜਿਹੜੀ ਬੱਚੀ ਤੁਹਾਡੇ ਘਰ ਆਉਣੀ ਜਾਂ ਜੇ ਤੁਹਾਡੀ ਬੱਚੀ ਗੁਰਸਿੱਖ ਹੈ, ਜਿਸ ਬੱਚੇ ਨਾਲ ਤੁਹਾਡੀ ਬੱਚੀ ਦਾ ਸੰਜੋਗ ਹੋਣ ਜਾ ਰਿਹਾ ਹੈ, ਕਿ ਉਹ ਬੱਚਾ ਜਿਹੜਾ ਹੈ ਉਹ ਬੱਚਾ ਵੀ ਗੁਰਸਿੱਖ ਹੈ? ਹੁਣ ਅੰਮ੍ਰਿਤਧਾਰੀ ਬੱਚੀ ਹੋਵੇ, ਸਾਕਤ ਦੇ ਘਰ ਭੇਜ ਦਿਓਗੇ, ਐਵੇਂ ਨਹੀਂ ਜਿਵੇਂ ਸੱਪ ਦੇ ਮੂੰਹ 'ਚ ਦੁੱਧ ਪਾ ਦਿੱਤਾ ਤੁਸੀਂ। ਬਾਕੀ ਕੀ ਬਚਿਆ? ਕੁਝ ਵੀ ਨਹੀਂ। ਉਹਦਾ ਅਸੀਂ ਕਹੀ ਜਾਂਦੇ ਹਾਂ ਬਸ ਠੀਕ ਹੈ ਜੀ, ਗੁਜ਼ਾਰਾ ਹੀ ਹੈ ਜੀ। ਗੁਜ਼ਾਰੇ ਦੇ ਜ਼ਿੰਮੇਵਾਰ ਤੁਸੀਂ ਹੋ। ਨਹੀਂ ਤਾਂ ਸਤਿਗੁਰੂ ਨੇ ਤਾਂ ਸਮਝਾਇਆ ਸੀ, ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਐ ਸੋਏ। ਜੋਤ ਇੱਕ ਹੋਣੀ ਸੀ, ਦੀਵੇ ਦੋ ਹੋਣੇ ਸੀ। ਘਰ ਵਿੱਚ ਦੋ ਰੰਗ ਬਰੰਗੀਆਂ ਲਾਈਟਾਂ ਨਹੀਂ ਸੀ ਪੈਦਾ ਹੋਣੀਆਂ। ਕਿਸੇ ਦਾ ਰੰਗ ਲਾਲ ਹੈ ਜੀ, ਕਿਸੇ ਦਾ ਰੰਗ ਹਰਾ ਹੈ ਜੀ। ਨਾ ਭਾਈ, ਇੱਕੋ ਵਿਚਾਰਧਾਰਾ ਹੋਣੀ ਸੀ ਘਰ ਵਿੱਚ। ਦੋਨਾਂ ਨੇ ਇੱਕ ਦੂਜੇ ਨੂੰ ਉਠਾਉਣਾ ਸੀ। ਉੱਠ ਭਾਈ, ਅੰਮ੍ਰਿਤ ਵੇਲਾ ਹੋ ਗਿਆ। ਦੋਵਾਂ ਨੇ ਇੱਕ ਦੂਜੇ ਨੂੰ ਪਾਠ ਵਾਲੇ ਪਾਸੇ ਲਾਉਣਾ ਹੈ। ਦੋਵਾਂ ਨੇ ਇੱਕ ਦੂਜੇ ਨੂੰ ਕਹਿਣਾ ਸੀ ਛੇਤੀ ਚੱਲੋ ਨਾ, ਗੁਰਦੁਆਰੇ ਕੀਰਤਨ ਸ਼ੁਰੂ ਹੋ ਗਿਆ ਹੋਏਗਾ। ਪਰ ਤੁਸੀਂ ਤੇ ਘਰ ਵਿੱਚ ਰੰਗ ਹੀ ਦੋ ਪੈਦਾ ਕਰ ਲਿਓ। ਕਹਿੰਦਾ ਗੁਰਦੁਆਰੇ ਜਾਣਾ, ਉਹ ਕਹਿੰਦੀ ਨਹੀਂ ਮੈਂ ਅੱਜ ਫਿਲਮ ਵੇਖਣੀ ਹੈ। ਜੇ ਮਾਪਿਓ ਦੇ ਦੋ ਰੰਗ ਨੇ ਤੇ ਬੱਚਿਆਂ ਦੇ ਤੇ ਚਾਰ ਹੋਣਗੇ। ਇਸੇ ਤਰ੍ਹਾਂ ਮ੍ਰਿਤਕ ਸੰਸਕਾਰ ਹੈ। ਪ੍ਰਾਣੀ ਚਲਾ ਗਿਆ ਹੈ, ਪ੍ਰਾਣੀ ਦੀ ਮੁਕਤੀ ਉਹਦੇ ਆਪਣੇ ਜੀਵਨ ਦੇ ਕਰਮਾਂ ਤੇ ਮੁਨਸਰ ਹੈ। ਜਿਹੜੀ ਗੱਲ ਸਾਡੇ ਹੱਥ ਵੱਸ ਹੈ ਉਹ ਕੀ ਹੈ? ਉਹ ਸਿਰਫ ਅਰਦਾਸ ਹੈ। ਤਾਂ ਪਿੰਡ ਭਰਨੇ ਕੀ ਕਰਨਗੇ ਜੀ? ਦੀਵੇ ਜਗਾਏ ਕੀ ਕਰਨਗੇ ਜੀ? ਉਹ ਗੰਗਾ ਪਾਈਆਂ ਹੱਡੀਆਂ ਕੀ ਕਰਨਗੀਆਂ ਜੀ? ਅਸੀਂ ਕੁਝ ਕਰ ਸਕਦੇ ਆ ਤੇ ਅਰਦਾਸ। ਬਾਕੀ ਤੇ ਬੰਦੇ ਨੇ ਖੁਦ ਕਰਕੇ ਜਾਣਾ ਸੀ। ਸਾਰੀ ਜ਼ਿੰਦਗੀ ਉਹਨੇ ਖੁਦ ਸੋਲਾ ਪੜ੍ਹਨਾ ਸੀ, ਉਹਨੇ ਤੇ ਪੜ੍ਹਿਆ ਨਹੀਂ ਕਿ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ ਫੇਰਾ। ਇਹ ਸੰਗਤ ਪੜ੍ਹੀ ਜਾਂਦੀ ਹੈ, ਪੜ੍ਹਨਾ ਉਹਨੇ ਆਪ ਸੀ। ਕਿ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ
असीसड़ियां जो होवे साहिब स्यों मेल। वो बंदा मर गया, हुण संगत पढ़न रही है, पुछो मरना तुसीं है कोने, वो तो मर गया। हुण तुहाडे कोल देण वास्ते सिर्फ अरदास है कि तुसीं सारे मिल के अरदास करो। ते साडी गलती की है, असीं अरदास नूं प्रमुख नहीं करदे। असीं उत्थे चाहुंदे हां भी 5-7 बंदे खड़े होके साडे परिवार दी बल्ले बल्ले करन, ते उन्हां दे बल्ले बल्ले करदिआं जिहड़ी संगत अरदास वाली हुंदी ओह घरां नूं चली जांदी है। मुड़ के लीडर भी तुर पैंदे ने, कहते असते हमारा तो आगे फंक्शन है जी। भी दसो जिहदे मरण लई अरदास दा समागम होया है, वो पुरानी जे किते वेंदा होवे नेड़े बह के ते ओह कहंदा होएगा भी जे मैं जिउंदा हुंदा ना मैं तुहानूं लम्मे पा के कुटना सी, भी तुसीं कीता की मेरे भोग ते, जो मैं तो कीता ही सो कीता। मैं तो जो अपनी जिंदगी जीई सो जीई, पर तुसीं ते मेरे मरण तो बाद भी पुगा दी। तुसीं कई लोग आए भी तो तुसीं उन्हां कोलों मेरी अरदास तक करा दिंदे, तुहानूं ते भाषणां दी पई सी, तुसीं ते अपने परिवार दी बल्ले बल्ले ते लग गए भी ये भी उठे ते बोले जी परिवार बड़ा वधिया है जी। मैं कई बारी उस गल का जिक्र किया है। सरदार तरलोचन सिंह माइनॉरिटी कमीशन के चेयरमैन रहे, राज सभा के मैंबर रहे, बड़िया बड़िया वड्डियां इंडिया के प्रेजिडेंट के PRO रहे। उन्हां दी माता का भोग मैनूं कहण लगे ज्ञानी जी अरदास तुसीं करनी 4:30 बजे ग्रेटर कैलाश पहाड़ी वाले गुरुद्वारे। मैं कहा ठीक है जी। सीसगां साहब मेरी सेवा सी, 3 ਤੋਂ 4 उत्थे इतिहास की कथा हुंदी। मैं 4 बजे उठिया, बड़ी पुरानी गल है, कोई बहुता रश भी नहीं सी। ठीक 4:30 बजे मैं पहुंचदा, मैं अपनी कार खड़ी की है, अंदर शुरू हो गया तू ठाकर तुम पै अरदास। अरदास विच मैं खलोता, पर मैं बाहर खलोता, मैं मत्था भी नहीं टेक सकिया। अरदास शुरू हो गई, हुक्मनामा हो गया। एक सज्जन उठिया, उन्हें आया व्यक्तियों के जिहड़े विशेष सन नाम लै ते परिवार वालों धन्नवाद कर दिता। बाहर निकले तो मैं पूछा, मैं कहा सरदार जी कमाल करती तुसी ते, पूरे 4:30 का मतलब 4:30 इन्ने लोग आए। दिल्ली के मुख्यमंत्री तो लैके बड़े बड़े वड्डे लोग, दूजिया स्टेटां दे वड्डे वड्डे मिनिस्टर भी आए। तो मैं कहा जी किसी ने बोलना नहीं सी? कहते नहीं। मैं क्या क्यों? कहते मरी मां है, मैं थोड़ा मरिया। इन्हें जेड़े उठने से उन्हें एको गल कहनी सी, तरलोचन सिंह होरी बड़े चंगे ने भी मैं तो बैठा भोग मेरी मां दा है। कहते मेरी मां नूं इन्हां चों मिलिया भी कोई नहीं, जे बोलदा तो झूठ बोलदा। उन्होंने की पता मेरी मां की करती सी, उन्होंने पता ही मेरी मां पाठ किन्ने करती सी, मेरी मां सेवा किन्नी करती सी। ये गल मैं ना लैके इस करके की है कि सानू सतगुरु ने दस दिता कि हुण तू भाई अपना सीस मैनू दे दिता है, अज तो बाद तू इस तरह जीवन जीवना है ताकि तेनू आत्मिक जीवन जीवन की गल समझ आ सके। पर असी अमृत छकण तो बाद भी फिर संसारियों नालों वध फसे होने। असीं नानक सतगुर भेटे हैं, पूरी होवे जुगत हसंदियां खैलंदियां पहनंदियां खवंदियां विचे होवे मुकत। सिੱਖੀ विच कपड़े पाने पाप नहीं हैगा, सोहना घर बना के रहना पाप नहीं हैगा, सोहनी गड्डी विच बह के जाना कोई पाप नहीं हैगा, सोहने कारोबार फैक्ट्रियां दे मालक होना कोई पाप नहीं हैगा, तुहाडे बच्चे कॉन्वेंट स्कूलों में पढ़न कोई पाप नहीं हैगा। गल सानू सिर्फ समझ नहीं आ रही कि असी करी की जाने, जो कुछ असी कर रहे हैं सतगुरु साडे विरुद्ध नहीं है। संसार दे लोगों चेता रखो, असी गुरु गोरख दे चेले नहीं कि पिंडे ते सुआह मलनी पएगी, कन्ना च मुद्रा पाउणियां पैणगियां।
ਸਾਡਾ ਰਸਤਾ ਉਹ ਨਹੀਂ ਹੈਗਾ। ਅਸੀਂ ਕੋਈ ਵਿਹੰਗਮ, ਕੋਈ ਜੰਗਮ, ਕੋਈ ਸਰੇਵੜੇ, ਅਸੀਂ ਕੋਈ ਜੋਗੀ ਨਹੀਂ ਹੈਗੇ। ਸਤਿਗੁਰੂ ਨੇ ਤਾਂ ਸਾਨੂੰ ਪਾਤਸ਼ਾਹੀਆਂ ਬਖਸ਼ੀਆਂ ਨੇ ਭਾਈ, ਭੋਗੋ, ਕੌਣ ਤੁਹਾਨੂੰ ਰੋਕਦਾ ਹੈ? ਪਰ ਇਹ ਗੱਲ ਚੇਤਾ ਰੱਖਣਾ, ਮੈਂ ਸ਼ਬਦ ਦੀ ਵਿਚਾਰ ਵੱਲ ਆਵਾਂ। ਛੋਟੀ ਜੀ ਉਦਾਹਰਣ ਹੈ ਕਿ ਜਦੋਂ ਵਿਆਹ ਸ਼ਾਦੀ ਹੁੰਦੀ ਹੈ ਨਾ, ਵਿਆਹ ਸ਼ਾਦੀ ਦੇ ਵਿੱਚ ਜਿਹੜੇ ਤਾਂ ਲੋਕ ਹੁੰਦੇ ਨੇ ਨਸ਼ੇ ਤੋਂ ਮੁਕਤ, ਉਹ ਤੇ ਵਿਆਹ ਵੇਖਦੇ ਨੇ, ਤੇ ਜਿਹੜੇ ਨਸ਼ੇ ਵਿੱਚ ਟੁੱਲ ਹੋ ਜਾਂਦੇ ਨੇ ਉਹਨਾਂ ਦਾ ਵਿਆਹ ਬਣਿਆ ਹੁੰਦਾ ਹੈ। ਕਿਸੇ ਦਾ ਸਿਰ ਮੰਜੀ ਦੀ ਪਵਾਂਦ ਵਿੱਚ ਫਸਿਆ ਹੁੰਦਾ ਹੈ, ਕੋਈ ਬਾਹਰ ਕਾਰ ਦੀ ਬਾਰੀ ਵਿੱਚ ਲਟਕਿਆ ਹੁੰਦਾ ਹੈ, ਕਿਸੇ ਨੂੰ ਸਾਰੇ ਟੱਬਰ ਨੇ ਫੜਿਆ ਹੁੰਦਾ ਹੈ, ਉਹ ਗਾਂ ਨੂੰ ਖਿੱਚਦਾ, ਬਾਕੀ ਪਿਛਾਂ ਨੂੰ ਖਿੱਚਦੇ ਨੇ, ਉਹਦਾ ਆਪਣਾ ਵਿਆਹ ਬਣਿਆ ਹੁੰਦਾ ਹੈ। ਬਸ ਸਾਰੀ ਜ਼ਿੰਦਗੀ ਦਾ ਨਿਚੋੜ ਇਹੋ ਹੀ ਹੈ। ਜਿਹੜਾ ਦੁਨੀਆ ਦੀ ਇਸ ਰੰਗ ਤਮਾਸ਼ਿਆਂ ਦੀ, ਇਸ ਮਸਤੀ ਦੇ ਵਿੱਚ ਮਸਤ ਹੈ, ਉਹਦਾ ਵਿਆਹ ਬਣਿਆ ਹੁੰਦਾ ਹੈ। ਤੇ ਜਿਹੜੇ ਇਹਨਾਂ ਤੋਂ ਮੁਕਤ ਹੁੰਦੇ ਨੇ, ਉਹ ਇਹਨਾਂ ਚੀਜ਼ਾਂ ਦਾ ਅਹਿਸਾਸ ਕਰਦੇ ਨੇ ਕਿ ਇਹ ਦੁਨੀਆ ਕਰੀ ਕੀ ਜਾਂਦੀ ਹੈ। ਬਸ ਫਰਕ ਇੰਨਾ ਹੀ ਹੈ। ਇੱਕ ਪਾਗਲ, ਜਿਹਨੂੰ ਅਸੀਂ ਪਾਗਲ ਕਹਿੰਦੇ ਆ, ਉਹ ਲੀਰਾਂ ਇਕੱਠੀਆਂ ਕਰਦਾ ਹੈ। ਇੱਕ ਉਹ ਪਾਗਲ ਹੈ ਜਿਹਨੂੰ ਮਹਾਪੁਰਖ ਪਾਗਲ ਕਹਿੰਦੇ ਨੇ, ਉਹ ਸਾਡੇ ਵਰਗਾ ਹੈ, ਉਹ ਥੋੜੀਆਂ ਜਿਹੀਆਂ ਮਹਿੰਗੀਆਂ ਲੀਰਾਂ ਇਕੱਠੀਆਂ ਕਰਦਾ। ਅਸੀਂ ਵੀ ਇਸੇ ਕੰਮ ਤੇ ਲੱਗੇ ਹੋਏ ਆ। ਜਿਹੜੀ ਦੌੜ ਵਿੱਚ ਅਸੀਂ ਆ, ਸਾਨੂੰ ਮਹਾਪੁਰਖ ਪਾਗਲ ਕਹਿੰਦੇ ਨੇ। ਅਸੀਂ ਅੱਗੋਂ ਵੀ ਪਾਗਲ ਬਣਾਏ ਹੋਏ ਨੇ ਵੀ ਇਹ ਪਾਗਲ ਨੇ ਜੀ, ਐਵੇਂ ਬੋਰੀ 'ਚ ਕੱਪੜੇ ਪਾਈ ਫਿਰਦਾ। ਬੰਦਿਆਂ ਤੂੰ ਵੀ ਐਵੇਂ ਬੋਰੀ 'ਚ ਕੱਪੜੇ ਪਾਈ ਫਿਰਦਾ, ਤੈਨੂੰ ਵੀ ਇੰਨੇ ਕੁਝ ਦੀ ਲੋੜ ਨਹੀਂ ਹੈਗੀ। ਤੂੰ ਇਸ ਕੰਮ ਲਈ ਨਹੀਂ ਸੀ ਆਇਆ। ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਇਹ 12 ਮਾਹਾਂ ਇੱਕ ਯਾਤਰਾ ਸੀ, ਸ਼ੁਰੂ ਹੋਈ ਸੀ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਤੇ ਪੂਰੀ ਕਿੱਥੇ ਹੁੰਦੀ ਅੱਜ? ਫਲਗੁਣ ਆਨੰਦ ਉਪਾਰ ਜਣਾ, ਹਰ ਸੱਜਣ ਪ੍ਰਗਟੇ ਆਏ। ਫਲਗਣ ਦਾ ਮਹੀਨਾ ਆ ਗਿਆ। ਇੱਥੋਂ ਤੱਕ ਆਉਂਦਿਆਂ ਕੀ ਹੋਇਆ? ਇੱਥੋਂ ਤੱਕ ਆਉਂਦਿਆਂ ਪਤਝੜ ਵੀ ਆਈ ਸੀ। ਇੱਥੋਂ ਤੱਕ ਆਉਂਦਿਆਂ ਹੀਮਰੁੱਤ ਵੀ ਆਈ, ਸਰਦੀ ਆਈ, ਬਰਫ਼ ਪਈ। ਸਭ ਕੁਦਰਤ ਨੂੰ ਉਸਨੇ ਵਰਾਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹਦੇ ਵਿੱਚ ਗਰਮੀ ਵੀ ਆਈ, ਇਹਦੇ ਵਿੱਚ ਭਾਦੋਂ ਦੇ ਤਰਾਕਟੇ ਵੀ ਆਏ, ਇਹਦੇ ਵਿੱਚ ਸਾਵਣ ਦੀਆਂ ਬਿਜਲੀਆਂ ਵੀ ਚਮਕੀਆਂ, ਬੱਦਲ ਵੀ ਗਰਜੇ, ਇਹਦੇ ਵਿੱਚ ਲੂਆਂ ਵੀ ਵਗੀਆਂ ਜੇਠ ਹਾੜ ਦੀਆਂ। ਬੜੇ ਜ਼ਿੰਦਗੀ ਦੇ ਉਤਰਾਅ ਚੜਾਅ ਵੇਖ ਕੇ ਅਸੀਂ ਜਦੋਂ ਇਹ ਪੂਰੀ ਯਾਤਰਾ ਕਰਨ ਲੱਗੇ, ਜਦੋਂ 12ਵਾਂ ਮਹੀਨਾ ਆਉਂਦਾ, ਇੱਥੇ ਹੁਣ ਸਾਲ ਪੂਰਾ ਹੋ ਰਿਹਾ। ਅਗਲੇ ਮਹੀਨੇ ਤੋਂ ਨਵੇਂ ਸਾਲ ਦੀ ਆਰੰਭਤਾ ਹੋਵੇਗੀ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ। ਇਹ 12ਵਾਂ ਮਹੀਨਾ ਹੈ। ਜਿਵੇਂ ਉਹ ਈਸਵੀ ਕੈਲੰਡਰ ਦਾ ਦਸੰਬਰ ਹੈ ਨਾ, ਇਸੇ ਤਰ੍ਹਾਂ ਨਾਨਕਸ਼ਾਹੀ ਕੈਲੰਡਰ ਦਾ ਇਹ 12ਵਾਂ ਮਹੀਨਾ ਫੱਗਣ, ਸਤਿਗੁਰਾਂ ਨੇ ਇਹਨੂੰ ਗੁਰਬਾਣੀ ਵਿੱਚ ਫਲਗੁਣ ਕਰਕੇ ਦਰਜ ਕੀਤਾ ਹੈ। ਫਲਗੁਣ ਮਹੀਨੇ ਦਾ ਨਾਂ ਹੈ। ਆਨੰਦ ਉਪਾਰਜਣਾ, ਆਨੰਦ ਖੇੜਾ, ਉਪਾਰਜਣਾ ਪ੍ਰਗਟ ਹੋ ਗਿਆ। ਹਰ ਸੱਜਣ ਪ੍ਰਗਟੇ ਆਏ। ਕਿਉਂ ਹੋਇਆ? ਕਹਿੰਦੇ ਹਰੀ ਪਰਮਾਤਮਾ ਹਿਰਦੇ ਰੂਪੀ ਘਰ ਵਿੱਚ ਪ੍ਰਗਟ ਹੋ ਗਿਆ। ਇਸ ਕਰਕੇ ਹੋਇਆ। 11 ਮਹੀਨੇ ਤੋਂ ਇੱਕ ਯਾਤਰਾ ਚੱਲ ਰਹੀ ਸੀ। ਇਹ ਯਾਤਰਾ ਸ਼ੁਰੂ ਕਿੱਥੋਂ ਹੋਈ? ਚੇਤ ਗੋਵਿੰਦ ਅਰਾਧੀਐ, ਹੋਵੇ ਆਨੰਦ ਘਣਾ। ਵੈਸਾਖ ਧੀਰਣ ਕਿਉ ਵਾਢੀਆਂ, ਜਿਨ੍ਹਾਂ ਪ੍ਰੇਮ ਵਿਸ਼ੋ, ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵਨ। ਅਸਾੜ ਤਪੰਦਾ ਤਿਸ ਲੱਗੈ, ਹਰ ਨਾਹਾ ਨਾ ਜਿਨ੍ਹਾਂ ਪਾਸ। ਫਿਰ ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ। ਭਾਦੋਏ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ। ਅਸੀਂ ਭੁੱਲੇ ਵੀ ਰਸਤੇ ਵਿੱਚ। ਸਾਡੇ ਤੇ ਇਹੋ ਜਿਹਾ ਵਕਤ ਵੀ ਆਇਆ ਕਿ ਸ਼ਾਇਦ ਅਸੀਂ ਭਟਕ ਜਾਂਦੇ। ਫਿਰ ਅਸੁਨ ਪ੍ਰੇਮ ਉਮਾਹੜਾ, ਫਿਰ ਉਤਨੇ ਕਰਵਟ ਲਈ। ਅਸੂ ਦਾ ਮਹੀਨਾ ਆਇਆ, ਫਿਰ ਪਰਮਾਤਮਾ ਦਾ ਪ੍ਰੇਮ ਸਾਡੇ ਅੰਦਰ ਉਤਪੰਨ ਹੋਇਆ। ਫਿਰ ਸਤਿਗੁਰਾਂ ਨੇ ਦੱਸਿਆ, ਕਤ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਆਪਣੇ ਕਰਮ ਕਮਾਉਂਦਿਆਂ ਦੂਜੇ ਨੂੰ ਦੋਸ਼ੀ ਨਾ ਬਣਾਇਆ ਕਰ।
फिर मंगर माहे सुहंदियां हर पिर संग बैठड़ियां। मगर का महीना आया, सतगुरां दसिया वो जीव रूपी इस्त्रियां शोभनीक ने जिहड़ियां आत्मा परमात्मा कोल आके बैठदियां ने भाई, जिहड़ियां अपने पति परमात्मा दे कोल बैठदियां ने। फिर पोख तुखार ना व्यापई, कंठ मिलिया हर ना। ओदा महीना, इहदा कोरा तुहाडे ते असर नहीं करेगा जे आत्मा परमात्मा दे गल ला के रवेगी। जे जग्यासू रूह पर प्रभु परमात्मा दे गले मिल के रवेगी। फिर माघ मज्जन संग साधुआं धूड़ी कर इशनान। सतगुरां ने दसिया भाई गुरमुखां दी संगत विच रह, उन्हां दी चरण धूड़ी विच इशनान कर। हर का नाम ध्याए सुन, सबना नूं कर दान। जदों इथों अगे तुरे ते फलगुण आनंद उपार जना, हर सज्जन प्रगटे आए। आनंद पैदा हो गया, प्रभु प्रगट हो गया, हिरदे रूपी घर विच परमात्मा आके वस गया। संत सहाई राम कै कर कृपा दिया मिलाए। ये तो भाई गुरु सहाई बने, प्रभु के प्यार वाले संत महापुरख सहाई बने। उन्होंने सानू परमात्मा नाल मिला दिता। मिलना किनू सी? रब नू। असीं इन्हां पंक्तियां नू वो विआह शादी वाले कार्ड ते ही लिख दिता कि नानक सतगुर तिन्हां मिलाया जिन्हां धुरे पिया संजोग। तो पूछो भी हुण दसो भी कोर्ट कचहरी च नहीं जाओगे ना कुड़म कुड़म एक दूजे के विरुद्ध। हुण पति पत्नी तुसीं जुतियों जुती तो नहीं होवोगे ना, क्योंकि तुसीं तो मिल पे हो आपस में। ये रिश्ते वखरे ने भाई। जिहड़ी आत्मक कथा जिहड़ी वो वखरी है, आत्मक जीवन की सतह वखरी है। असी गुरबाणी दे अर्थां नूं सरीरक सतह दे अर्थां तक ही सीमित रखे। असी हर गुरबाणी की पंक्ति दे अर्थ अपने सरीरक जीवन के अनुसार समझे ते मन्ने। हुण जिवें विआह भी है, विआह आत्मा दे ते परमात्मा दा होना सी। गल तो इस तो अगली चलनी सी। सानू तो पति पत्नी बन के रहना नहीं आया, पति पत्नी बन के रहंदे आ असी आत्मा ते परमात्मा बन के रहना सीखना सी। सतगुरु रोज बाणी विच कहंदे ने, जाओ पुछो सुहागणी तुसीं राविया कि नहीं गुणी। जाओ किसी विआह शादी कीती भैन नूं, घर परिवार बना के बैठी भैन नूं, अपने पति व्रत धर्म दे विच बैठी किसी बीबी नूं पुछो कि भैणे तू अपने पति नूं खुश किवें कीता है। वो फिर अगों की जवाब दिंदी है? सील, संतोख, शिंगारिया, मिठा बोलण। वो कहती मैं ये नहीं भी लिपस्टिक वो लाई, पाउडर वो लाया, बिंदी वो लाई, टिप्पी वो लाई ना। वो कहती सील, अपना सुभाव सील कर लिया। संतोख अपने हिरदे विच प्रगट कर लिया भी जो दिंदा घर वाला ठीक है। ये थोड़ा भी हर चीज लियादी चुक चुक मारनी है चुल्हे अगे। अपने सुभाव नूं सुशील सुभाव बना लिया, अपने मन नूं संतोखी बना लिया, ये श्रृंगार कर लिया। ते मिठा बोलनी। उन्होंने आके क्या पानी, मैं क्या जी हुणे लैके आई। वो उन्हें मंगया पानी, कहती खलो मर जा, तेनू हुण अंदर वड़िया है, पता नहीं कितों सवेर दा तू धक्के खांदा आया है। मैं मर गई सवेर दी, तेरे कपड़े धोदी स्यापा कर दी। तो फिर कहना जी घर विच ज्ञानी जी कलेश बड़ा है, पाठ दसो। किहड़ा पाठ दसू ज्ञानी? बई ज्ञानी कोल किहड़ा पाठ है? बीबी मिठा बोलनी सिख, पाठ सोने ते सुहागे का काम करेगा। पर जे पाठ कर दिया तू इदा ही वढ़न पवेगी, इस घर दे विच स्वर्ग कदे नहीं बनेगा।
गल परमात्मा की हो रही है, पर सतगुरु कहते किसी विआही भैन कोलों किसी सुहागण भैन नूं पुछो तू दुनियादारी का पति किवें खुश कीता सी। सोहणे कपड़े पा के खुश कीता सी, सोहणे हार शिंगार करके खुश कीता सी, कि हर वेले टोका टकाई करके खुश कीता सी। जे तू दुनियावी पति नूं खुश कर लग्या, सुशील सुभाव बनाया, संतोखी बिरती बनाई, तू मिठा बोलना सीखिया, तो ये 3 गुण किते तू रब दे घर वाले पासे सिख लवे ना, तो रब भी खुश हो जाएगा। आत्मा ते परमात्मा का रिश्ता पति पत्नी वर्गा ही है, इस तो वखरा नहीं है। कितनी छोटी जी गल है कि गुरु ग्रंथ साहब जी के सामने आके बच्ची बैठी है, ते आपां भरी बरादरी विच कहने आ बच्ची के पिता नूं बेनती है कि वह बच्चे का पल्ला बच्ची नूं फड़ाउण। हुण बच्ची ने बच्चे का पल्ला फड़ लिया, हुण उहदे मगर उन्हें 4 लावां विच तुरना सीख लिया। पता दर्जा पहले दिन ही कितना बदल गया। जिस घर विच जम्मी, जिस घर विच पढ़ी, जिस घर विच उहदी हक परस्ती सी, घर दे उहनूं रोज कहंदे सी धीए ये घर तेरा नहीं है, पर एक पल्ला फड़न दी देर है। भावें सवेरे कोर्ट कचहरी चले जाए, अद्धी जायदाद दी मालक है। वो कीता की है, पल्ला ही फड़िया है ना। पुछो भी 20-25 साल पेकियां दे घर रह के आई है, उधर कोर्ट कचहरी जाए, इधर को तुरदी है। वो कहती नहीं, हब्बे साक कुड़ावे डिठे तो पल्ले तैंडे लागी। मर्यादा नहीं मैं पूरी की। फिर वो कहूगा जी मर्यादा तो पूरी की है। जज भी पूछता है भी इन्हें तेरा पल्ला फड़िया सी? हाँ जी फड़िया सी जी। कहता हुण किधर भजदा है? फिर असी गुरु का पल्ला फड़िया कदों है? असी रोज आके खर्चा मंगते हैं, पल्ला फड़ लो, खर्चा मंगण की लोड़ ही नहीं पैनी। उन्हें तुहानू अपने कपड़े फड़ा देने ने, कमीज उतारेगा तुहानू फड़ाएगा, कोट उतारेगा तुहानू फड़ाएगा, जिन्हें मर्जी जेब चो कढ़ के खर्च लियो। उन्हें पूछना है? उन्हें तुहानू नहीं पूछना। पर मिठा बोलनी, सील संतोख शिंगारियां। मैं तो रोज ताबिया बैठ के सवेरे भी मैं पूछे है, जिन्हों मर्जी पूछ लो गुरुद्वारे, ज्ञानी जी 40 साल हो गए, पूछो कोई फर्क पिया? हंकार वधाउण तो इलावा कोई फर्क पिया कुछ? कल किसी को साडे सेवादार ने कहा, वो YMCA वाले पासे भी इत्थे बाहर स्कूटर ना खड़ा करो। उन्हें उसकी मूवी बनाई, फोटो खिंचियां उहदियां, दस वे फोटो YouTube ते पा के तू की कर लेगा? मतलब 35-40 सालों के यही कुछ सीखिया। सगों हाथ जोड़ के पूछ, चलो सेवादार जी तुसी दसो मैं स्कूटर कित्थे खड़ा करा? जे वो माड़ा बोलिया तो गुरु घर दे विच वो दोषी है, पर जे तू हंकार किया तो तू सारा कुछ ही गवा लिया अपना। उन्होंने फिर तनख्वाह मिल जानी, तेरी तो तनख्वाह भी गई। आप किहड़े पासे तुरे हैं? हंकार, आकड़, चौधर। सच्चे पातशाह ने सानू इस रस्ते ते नहीं सी तोड़िया। सतगुरु पिता महाराज समझाते ने, संत सहाई राम के कर कृपा दिया मलाए। ये तो महापुरख दसदे ने कि जे भाई परमात्मा नूं पाउणा है तो जा किसी भैन कोलों पुछ, सुहागण कोलों पुछ। वो की कहंदे ने, ये आंधड़िए मानड़ा काए करे, आपनड़े घर हर रंगों की ना माने। शौ नेड़े धन कमलिए बाहर क्या ढूंढे। शब्द हजारियां का पाठ यो ही है ना। उदे कही जाती मैं 5 पाठ करदा जी, मैं 10 करदा। तेनू एक पंक्ति के अर्थ आ गए ना, जिदन तेरे जीवन की तस्वीर बदल जाएगी। ये अनड़िए, ये अनजान भैने मानड़ा काए करे, हंकार कादा कर दी है। आपनड़े घर हर रंगों की ना माने। तू अपने घर अपने अंदर खुशियां क्यों नहीं मानती?
ਛੋ ਨੇੜੇ ਧਨ ਕੰਬਲੀਏ, ਧਨ ਕਹਿੰਦੇ ਨੇ ਇਸਤਰੀ ਨੂੰ, ਕੰਬਲੀਏ ਭੈਣੇ ਬਾਹਰ ਕਿਉਂ ਭੱਜੀ ਫਿਰਦੀ ਹੈ? ਕਿਸੇ ਨੇ ਹਰੇ ਕੱਪੜੇ ਪਾਏ ਨੇ, ਕਿਸੇ ਨੇ ਗੇਰੂਏ ਪਾਏ ਨੇ, ਕਿਸੇ ਨੇ ਨੀਲੇ ਪਾਏ ਨੇ, ਭੱਜੇ ਹੀ ਫਿਰਦੇ ਨੇ, ਭੱਜੇ ਹੀ ਫਿਰਦੇ ਨੇ ਜੰਗਲਾਂ ਵਿੱਚ। ਸਤਿਗੁਰੂ ਕਹਿੰਦੇ ਕੀ ਕਰਦੇ ਹੋ ਜਾ ਕੇ ਭਾਈ? ਛੋ ਨੇੜੇ ਧਨ ਕੰਬਲੀਏ, ਬਾਹਰ ਕਿਆ ਢੂੰਡੇ? ਰੱਬ ਬਾਹਰ ਥੋੜਾ, ਰੱਬ ਤੁਹਾਡੇ ਘਰ ਵਿੱਚ ਹੈ। ਪਤੀ ਸੁੱਖ ਕਦੇ ਬਾਹਰੋਂ ਨਹੀਂ ਜੇ ਮਿਲੇਗਾ, ਜਦੋਂ ਮਿਲੇਗਾ ਤੁਹਾਨੂੰ ਆਪਣੇ ਘਰ ਚੋਂ ਮਿਲੇਗਾ। ਸਤਿਗੁਰੂ ਪਿਤਾ ਮਹਾਰਾਜ ਬਾਣੀ ਦੇ ਵਿੱਚ ਸਮਝਾਉਂਦੇ ਨੇ, ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ। ਇਹ ਹਿਰਦੇ ਦੀ ਸੇਜ ਸੋਹਣੀ ਹੋ ਗਈ। ਹੁਣ ਹਿਰਦੇ ਦੇ ਵਿੱਚ ਨਾ ਈਰਖਾ, ਨਾ ਸਾੜਾ, ਨਾ ਦਵੈਸ਼, ਨਾ ਨਿੰਦਿਆ, ਨਾ ਚੁਗਲੀ, ਨਾ ਪਰਾਈ ਤਾਤ। ਹੁਣ ਤੇ ਨਾਨਕ ਭਗਤਾ ਸਦਾ ਵਿਗਾਸ। ਮੈਂ ਤਾਂ ਰੋਜ਼ ਬੇਨਤੀ ਕਰਦਾ, ਮਾਲਾ ਫੇਰਨ ਵਾਲਿਆ, ਤੇਰੇ ਨਾਲੋਂ ਟਰੱਕ ਚਲਾਉਣ ਵਾਲਾ ਚੰਗਾ ਹੈ। ਉਹਨੇ ਆਪਣੇ ਡਾਲੇ ਦੇ ਮਗਰ ਲਿਖਿਆ ਹੈ, ਦਿੰਦਾ ਹੈ ਰੱਬ, ਸੜਦੇ ਨੇ ਸਭ। ਪਤਾ ਨਹੀਂ ਕਿਉਂ। ਕਿਸੇ ਨੇ ਘਰ ਲੈ ਲਿਆ, ਤੂੰ ਤੈਨੂੰ ਤਾਂ ਅੱਗ ਲੱਗ ਜਾਂਦੀ ਹੈ। ਕਿਸੇ ਨੇ ਗੱਡੀ ਲੈ ਲਈ, ਤੂੰ ਤਾਂ ਸੱਤੀ ਕਪੜੀ ਸੜ ਕੇ ਸੁਆਹ ਹੋ ਜਾਂਦਾ ਹੈ। ਕਿਸੇ ਦੇ ਪੁੱਤਰ ਦਾ ਰਿਸ਼ਤਾ ਹੋ ਗਿਆ, ਤੂੰ ਆਪਣਾ ਮੱਥਾ ਫੜ ਲੈਂਦਾ ਹੈ। ਇਹਨਾਂ ਨੂੰ ਚੰਗੀ ਕੁੜੀ ਕਿੱਥੋਂ ਲੱਭ ਗਈ? ਵੀ ਤੇਰੇ ਅਕਾਊਂਟ ਚੋਂ ਕੁਝ ਮਿਲਿਆ, ਤੂੰ ਆਪਣੇ ਖਾਤੇ ਦਾ ਖਾਣਾ ਹੈ, ਉਹਨੇ ਆਪਣੇ ਕਰਮਾਂ ਦਾ ਖਾਣਾ ਹੈ। ਉਹਦੇ ਅਕਾਊਂਟ ਵੱਖਰਾ ਹੈ, ਤੇਰਾ ਅਕਾਊਂਟ ਵੱਖਰਾ ਹੈ। ਉਹਦੇ ਕਰਮ ਵੱਖਰੇ, ਤੇਰੇ ਕਰਮ ਵੱਖਰੇ ਨੇ। ਉਹਦੇ ਭਾਗ ਰੱਬ ਨੇ ਵੱਖਰੇ ਲਿਖੇ ਨੇ, ਤੇਰੇ ਵੱਖਰੇ ਲਿਖੇ ਨੇ। ਪਾਠ ਕਰ ਕਰਕੇ, ਮਾਲਾ ਫੇਰ ਫੇਰ ਕੇ ਸਿੱਖਿਆ ਕੀ ਹੈ? ਕਦੇ ਕਿਸੇ ਦੂਜੇ ਦੀ ਖੁਸ਼ੀ ਤੁਹਾਨੂੰ ਆਪਣੀ ਲੱਗੀ ਹੈ? ਬਸ ਜਿੱਦਣ ਲੱਗਣ ਲੱਗ ਗਈ ਨਾ, ਸਮਝ ਲੈਣਾ ਰੰਗ ਲੱਗਣ ਲੱਗ ਗਿਆ। ਸ਼ੁਕਰ ਕਰੋ, ਚਲੋ ਕਿਸੇ ਭਰਾ ਦਾ ਨੂੰ ਤਾਂ ਰੱਬ ਨੇ ਸੋਹਣਾ ਘਰ ਦਿੱਤਾ ਹੈ ਨਾ, ਕਿਸੇ ਵੀਰ ਨੂੰ ਤਾਂ ਰੱਬ ਨੇ ਸੋਹਣੀ ਗੱਡੀ ਦਿੱਤੀ ਹੈ ਨਾ, ਕਿਸੇ ਦੇ ਘਰ ਤਾਂ ਸੋਹਣੀ ਬਹੂ ਆਈ ਹੈ ਨਾ। ਚਲੋ ਜੇ ਮੇਰੀ ਮਾੜੀ ਵੀ ਹੋਗੀ ਤਾਂ ਮੈਂ ਉਹਨੂੰ ਲਿਜਾ ਕੇ ਵਿਖਾਵਾਂਗਾ ਵੀ ਆ ਮੈਂ ਤੈਨੂੰ ਉਧਰ ਵਿਖਾ ਕੇ ਲਿਆਵਾਂ। ਵੇਖੋ ਉਹਨਾਂ ਦੇ ਘਰ ਬੱਚੀ ਆਈ, ਉਹ ਕਿੰਨੀ ਸੇਵਾ ਕਰਦੀ ਹੈ। ਤੇ ਜੇ ਉਹਨਾਂ ਦੀ ਨੇ ਵੀ ਅੱਗੋਂ ਝਾੜੂ ਚੁੱਕਿਆ ਹੋਵੇ ਤੇ ਬਣੂਗਾ ਕੀ? ਉਹ ਵੀ ਡੰਡਾ ਚੁੱਕ ਕੇ ਬੈਠੀ ਹੋਵੇ। ਫਿਰ ਆਪਾਂ ਕਿਹਨੂੰ ਵਿਖਾਵਾਂਗੇ, ਕਿਹਨੂੰ ਸਮਝਾਵਾਂਗੇ, ਕਿਹਦੀ ਉਦਾਹਰਨ ਦੇਵਾਂਗੇ ਆਪਾਂ? ਸੱਚੇ ਪਾਤਸ਼ਾਹ ਬਾਣੀ ਵਿੱਚ ਸਮਝਾਉਂਦੇ ਨੇ, ਇਹ ਹਿਰਦਾ ਰੂਪੀ ਸੇਜ ਤੇਰੀ ਸੋਹਣੀ ਹੋ ਜਾਏਗੀ। ਸੇਜ ਸੁਹਾਵੀ ਸਰਬ ਸੁਖ ਦੁੱਖਾਂ ਨਾਹੀ ਜਾਏ। ਤੇਰੇ ਘਰ ਵਿੱਚ ਦੁੱਖਾਂ ਨੂੰ ਕੋਈ ਥਾਂ ਨਹੀਂ ਹੋਏਗੀ। ਜਾਇਦ ਅਰਥ ਥਾਂ, ਜਾਇਦ ਅਰਥ ਜਾਣਾ ਨਹੀਂ ਹੈ, ਜਗ੍ਹਾ। ਤੇਰੇ ਘਰ ਵਿੱਚ ਦੁੱਖ ਲਈ ਕੋਈ ਜਗ੍ਹਾ ਨਹੀਂ। ਇੱਛ ਪੁੰਨੀ ਵਡ ਭਾਗਣੀ ਵਰ ਪਾਇਆ ਹਰ ਰਾਏ। ਇੱਛਾ ਹੀ ਪੂਰੀਆਂ ਹੋ ਗਈਆਂ। ਇੱਛਾ ਕੀ ਸੀ? ਭਗਤ ਦੀ ਇੱਛਾ ਕੀ ਹੈ? ਭਗਤ ਦੀ ਇੱਛਾ ਸਿਰਫ ਪਰਮਾਤਮਾ ਹੈ। ਸਾਡੀ ਇੱਛਾ ਪਹਿਲਾਂ ਪੁੱਤਰ ਚਾਹੀਦਾ, ਫਿਰ ਪੋਤਰਾ ਚਾਹੀਦਾ, ਫਿਰ ਪੜੋਤੜਾ ਚਾਹੀਦਾ, ਫਿਰ ਅੱਗੋਂ ਹੋਰ ਚਾਹੀਦਾ। ਪਹਿਲਾਂ ਨੌਕਰੀ ਚਾਹੀਦੀ ਹੈ, ਫਿਰ ਪ੍ਰਮੋਸ਼ਨ ਚਾਹੀਦੀ ਹੈ। ਸਾਡੀਆਂ ਇੱਛਾਵਾਂ ਹੋਰ ਕਿਸਮ ਦੀਆਂ ਨੇ, ਔਰ ਇਹ ਕੋਈ ਗੁਨਾਹ ਨਹੀਂ ਹੈਗਾ। ਦੇਖੋ, ਕਥਾ ਦੀ ਇੱਕ ਟਾਈਮ ਦੀ ਸੀਮਾ ਹੁੰਦੀ, ਉਹਨੇ ਚ ਕਥਾ ਦਾ ਸਮਾਂ ਮੁੱਕ ਜਾਂਦਾ। ਤੂੰ ਦੁਨਿਆਵੀ ਤੌਰ ਤੇ ਵੀ ਆ ਕੇ ਕੁਝ ਮੰਗਦਾ ਹੈ, ਇਹ ਪਾਪ ਨਹੀਂ ਹੈ। ਪਰ ਤੈਨੂੰ ਇਹ ਤੇ ਪਤਾ ਹੋਣਾ ਚਾਹੀਦਾ, ਤੇਰੇ ਜੀਵਨ ਦਾ ਪ੍ਰਯੋਜਨ ਇਹ ਨਹੀਂ ਸੀ ਕਿ ਤੂੰ ਇਹ ਸੋਚੇ ਵੀ ਮੈਂ ਆਪਣੀ ਜ਼ਿੰਦਗੀ 'ਚ ਐਮਡੀ ਬਣਨਾ ਸੀ। ਐਮਡੀ ਬਣਨਾ ਇਹ ਤੇਰੀ ਸੰਸਾਰਕ ਜ਼ਿੰਦਗੀ ਦਾ ਸ਼ਾਇਦ ਏਮ ਹੋਵੇ, ਤੇਰਾ ਗੋਲ ਹੋਵੇ, ਤੇਰਾ ਡੈਸਟੀਨੇਸ਼ਨ ਹੋਵੇ। ਸੰਸਾਰੀ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਕੋਈ ਗੁਨਾਹ ਨਹੀਂ ਹੈਗਾ। ਪਰ ਸਵਾਲ ਇਹ ਹੈ ਕਿ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੈ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ। ਕਿ ਇਹ ਨਾ ਹੋਵੇ ਐਮਡੀ ਬਣਦਾ ਬਣਦਾ ਮੁੜ ਕੇ 84 ਲੱਖ ਜੂਨਾਂ ਦੇ ਗੇਟ 'ਚ ਪੈ ਜਾਏ। ਇਧਰਲਾ ਪਾਸਾ ਵੀ ਸੰਭਾਲ ਲੈ ਨੂੰ, ਤੇਰਾ ਲੋਕ ਵੀ ਸੁਖੀ ਹੋਵੇ, ਤੇਰਾ ਪਰਲੋਕ ਵੀ ਸੁਹੇਲਾ ਹੋ। ਸਤਿਗੁਰੂ ਕਦੇ ਨਹੀਂ ਕਹਿੰਦੇ ਤੇਰਾ ਲੋਕ ਦੁਖੀ ਹੋਵੇ। ਅਬ ਦੁੱਖ ਫਿਰ ਸੁੱਖ, ਇਹ ਜੈਨੀਆਂ ਦੀ ਵਿਦਿਆ ਹੈ, ਸਿੱਖਾਂ ਦੀ ਵਿਦਿਆ ਨਹੀਂ ਹੈ। ਸਿੱਖਾਂ ਦੀ ਵਿਦਿਆ ਇਹ ਹੈ ਕਿ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ
आपे मेले। इच पुन्नी वड भागणी वर पाया हर राए, मिल सईया मंगल गावही गीत गोविंद अलाए। हुण जिहड़ियां सतसंगी भैणां ने उन्हां ने खुशी दे गीत गाए। दूजा अवर ना हर जिहा अवर ना दिसई, कोई दूजा लवे ना लाए। समझ आ गई, कोई दूजा रब है ही नहीं। किसी नूं अपने नेड़े लाउण दा की मतलब है जी? हलत पलत सवारिओ न नेचल दित्तियां जाए। मेरा ते लोक परलोक ही उन्हें सवारे है, फिर अपनी मैनू गोद विच बिठा लिया। संसार सागर ते रखियन बहुड़ ना जन्मे ताए। संसार तो, इस संसार दे समुंदर तो डुबण तो मैनू मेरे वाहिगुरु ने रख लिया है। जिहवा एक अनेक गुण तरे नानक चरनी पाए। उस प्रभु परमात्मा दे गुण बहुते ने। बंदिया तेरी जीभा एक है, तू तर सकदा है जे उहदे चरनां नाल जुड़ जावें। फलगुण नित सलाही है, जिसनूं तिल ना तमाए। ये फलगुण दा महीना, ये उपदेश अपने पल्ले बन के लै जाना। उहदी सिफत करियो जिन्हों लालच नहीं हैगा, जिन्हों तुहाडे तो कोई लालच नहीं, रब नूं कोई लालच नहीं है। जे सब मिल के आखण पाहे, वड्डा ना होवे घाट ना जाए, ना ओ मरे ना होवे सोग, दिंदा रहे न चूकै भोग। गुण एहो होर नाही कोए, ना को होवा ना को। उस रब दे उपासक बने हो, लोक भी सुखी होवेगा पर लोक भी सुहेला होवेगा। इन्ने शब्द प्रवान करना जी। भुल्ला बख्शो, फतेह बुलाओ। वाहिगुरु जी का खालसा, वाहिगुरु जी की फतेह।